Good morning, students. Today we do Indian monetary system. Indian monetary system means ਭਾਰਤ ਦੇ ਵਿੱਚ ਮਨੀ ਦਾ ਕੀ ਸਿਸਟਮ ਹੈ. It is described as paper currency standard or managed currency standard. ਦੇਖੋ ਜੋ ਇੰਡੀਅਨ ਮੋਨੇਟਰੀ ਸਿਸਟਮ ਹੈ ਉਹਨੂੰ ਪੇਪਰ ਕਰੰਸੀ ਸਟੈਂਡਰਡ ਜਾਂ ਮੈਨੇਜਡ ਕਰੰਸੀ ਸਟੈਂਡਰਡ ਦੇ ਨਾਮ ਨਾਲ ਜਾਣਿਆ ਜਾਂਦਾ ਹੈ. ਇਟ ਮੀਨਸ ਪੇਪਰ ਕਰੰਸੀ ਇਜ਼ ਯੂਜ਼ਡ ਇਨ ਇੰਡੀਆ ਐਜ਼ ਸਟੈਂਡਰਡ ਮਨੀ. ਇਹਦਾ ਮੀਨਿੰਗ ਇਹ ਹੈ ਕਿ ਸਟੈਂਡਰਡ ਮਨੀ ਕਿਉਂ ਕਿਹਾ ਜਾਂਦਾ ਹੈ, ਸਟੈਂਡਰਡ ਕਰੰਸੀ ਸਟੈਂਡਰਡ ਕਿਉਂ ਕਿਹਾ ਜਾਂਦਾ, ਕਿਉਂਕਿ ਇਹਦੇ ਵਿੱਚ ਜੋ ਪੇਪਰ ਕਰੰਸੀ ਹੈ ਉਹਨੂੰ ਯੂਜ਼ ਕੀਤਾ ਜਾਂਦਾ ਐਜ਼ ਅ ਸਟੈਂਡਰਡ ਮਨੀ, ਮੇਨ ਮਨੀ ਦੇ ਤੌਰ 'ਤੇ. ਮੀਨਸ ਮਨੀ ਨੂੰ ਹਰ ਕੰਮ ਦੇ ਲਈ ਯੂਜ਼ ਕੀਤਾ ਜਾਂਦਾ ਹੈ. ਠੀਕ ਹੈ, ਦੇਖੋ ਕਿ ਸਟੈਂਡਰਡ ਮਨੀ ਦਾ ਕੀ ਮੀਨਿੰਗ ਆ. ਇਟ ਇਜ਼ ਡੈਟ ਮਨੀ ਵਿਚ ਸਰਕੂਲੇਟਸ ਇਨ ਦਾ ਇਕੋਨਮੀ ਬਾਈ ਵੇ ਆਫ ਆਰਡਰ ਔਰ ਅਥਾਰਟੀ ਆਫ ਦਾ ਗਵਰਨਮੈਂਟ. ਇਹਦੇ ਵਿੱਚ ਕੀ ਹੈ ਕਿ ਜਿਹੜੀ ਸਟੈਂਡਰਡ ਮਨੀ ਆ ਉਹਨੂੰ ਇਕੋਨਮੀ ਦੇ ਵਿੱਚ, ਅਰਥ ਵਿਵਸਥਾ ਦੇ ਵਿੱਚ ਸਰਕੂਲੇਟ ਹੁੰਦੀ ਹੈ, ਘੁੰਮਦੀ ਹੈ. ਕਿਹਦੇ ਆਰਡਰ ਦੇ ਨਾਲ? ਗਵਰਨਮੈਂਟ ਦੇ ਆਰਡਰ ਨਾਲ. ਗਵਰਨਮੈਂਟ ਜੋ ਆਰਡਰ ਕਰੂਗੀ ਮਨੀ ਉਸ ਤਰੀਕੇ ਦੇ ਨਾਲ ਹੀ ਸਰਕੂਲੇਟ ਕਰੂਗੀ ਇਕੋਨਮੀ ਦੇ ਵਿੱਚ. ਠੀਕ ਹੈ, ਇਨ ਟਰਮਸ ਆਫ ਵਿਚ ਦਾ ਗਵਰਨਮੈਂਟ ਡਿਸਚਾਰਜਿਸ ਇਟਸ ਓਬਲੀਗੇਸ਼ਨਸ. ਤੇ ਇਹਦੇ ਨਾਲ ਗਵਰਨਮੈਂਟ ਕੀ ਦਊਗੀ? ਇਹਦੇ ਰੂਲ ਰੈਗੂਲੇਸ਼ਨਸ ਦਊਗੀ ਜਿਹਦੇ ਨਾਲ ਅਸੀਂ ਮਨੀ ਨੂੰ ਸਰਕੂਲੇਟ ਕਰ ਸਕਦੇ ਹਾਂ ਇਕੋਨਮੀ ਦੇ ਵਿੱਚ. ਨੈਕਸਟ, ਪੇਪਰ ਕਰੰਸੀ ਡਜ਼ ਨਾਟ ਐਕਸਕਲੂਡ ਦਾ ਯੂਜ਼ ਆਫ ਮੈਟਲ ਕੋਇਨਸ. ਪੇਪਰ ਕਰੰਸੀ ਦੇ ਵਿੱਚ ਮੈਟਲ ਕੋਇਨਸ ਨਹੀਂ ਆਉਂਦੇ. ਬੋਥ ਮੈਟਲ ਕੋਇਨਸ ਐਂਡ ਪੇਪਰ ਨੋਟਸ ਆਰ ਕ੍ਰੈਡਿਟ ਮਨੀ ਇਨ ਇੰਡੀਆ. ਪਰ ਪੇਪਰ ਨੋਟ ਤੇ ਜੋ ਮੈਟਲ ਦੇ ਕੋਇਨਸ ਨੇ ਉਹਨਾਂ ਦੋਨਾਂ ਨੂੰ ਮਿਲਾ ਕੇ ਇੰਡੀਆ ਦੇ ਵਿੱਚ ਕੀ ਬਣਦਾ ਹੈ? ਕ੍ਰੈਡਿਟ ਮਨੀ. The only difference is that while coins are of small denomination and paper notes are of large denomination. ਦੇਖੋ ਇਹਨਾਂ ਦਾ ਡਿਫਰੈਂਸ ਕੀ ਹੈ. ਜਿਹੜੇ ਕੋਇਨਸ ਹੁੰਦੇ ਨੇ ਉਹਨਾਂ ਨਾਲ ਅਸੀਂ ਸਮੌਲ ਲੈਣ ਦੇਣ ਛੋਟਾ ਲੈਣ ਦੇਣ ਕਰ ਸਕਦੇ ਹਾਂ, ਉਹ ਸਮੌਲ ਡਿਨੋਮੀਨੇਸ਼ਨ ਦੇ ਹੁੰਦੇ ਨੇ. ਤਾਂ ਪਰ ਜਿਹੜੇ ਨੋਟਸ ਹੁੰਦੇ ਨੇ ਉਹਨਾਂ ਨਾਲ ਅਸੀਂ ਵੱਡੇ ਤੋਂ ਵੱਡਾ ਲੈਣ ਦੇਣ ਵੀ ਕਰ ਸਕਦੇ ਹਾਂ, ਇਸ ਕਰਕੇ ਲਾਰਜ ਡਿਨੋਮੀਨੇਸ਼ਨ ਦੇ ਹੁੰਦੇ ਨੇ. Coins in India are limited legal tender, where paper notes in India are unlimited legal tender. ਦੇਖੋ ਜਿਹੜੇ coins ਨੇ ਉਹਨਾਂ ਨੂੰ ਕਾਨੂੰਨ ਵੱਲੋਂ ਜੋ ਪ੍ਰਵਾਨਗੀ ਦਿੱਤੀ ਗਈ ਹੈ ਉਹ ਪੇਪਰ ਨੋਟ ਦੇ ਮੁਕਾਬਲੇ ਘੱਟ ਹੈ, ਕਿਉਂਕਿ it means that coins can be used to settle payments only if limited value. Paper notes can be used to settle payments of unlimited values. ਸੇਮ ਉਹੀ ਕਿ ਜਿਹੜੀ coins ਹੈ ਉਹਦੇ ਨਾਲ ਅਸੀਂ ਛੋਟੀਆਂ ਪੇਮੈਂਟਸ ਨੂੰ ਪੂਰਾ ਕਰ ਸਕਦੇ ਹਾਂ, ਬਟ ਜੋ ਨੋਟਸ ਨੇ, ਪੇਪਰ ਨੋਟਸ ਨੇ, ਉਹਨਾਂ ਦੇ ਨਾਲ ਅਸੀਂ ਵੱਡੀਆਂ ਤੋਂ ਵੱਡੀਆਂ ਪੇਮੈਂਟਸ ਨੇ ਉਹਨਾਂ ਦੀ ਸੈਟਲਮੈਂਟ ਕਰ ਸਕਦੇ ਹਾਂ. ਠੀਕ ਹੈ, ਵਟ ਗਵਰਨਸ ਨੋਟ ਇਸ਼ੂਇੰਗ ਇਨ ਇੰਡੀਆ. ਭਾਰਤ ਦੇ ਵਿੱਚ ਨੋਟ ਕੌਣ ਇਸ਼ੂ ਕਰਦਾ ਹੈ? ਨੋਟ ਇਸ਼ੂਇੰਗ ਇਨ ਇੰਡੀਆ ਇਜ਼ ਗਵਰਨਡ ਬਾਈ ਮਿਨੀਮਮ ਰਿਜ਼ਰਵ ਸਿਸਟਮ. ਦੇਖੋ ਜੋ ਭਾਰਤ ਦੇ ਵਿੱਚ ਨੋਟ ਇਸ਼ੂ ਕੀਤੇ ਜਾਂਦੇ ਨੇ ਉਹ ਉਹਨਾਂ ਦੇ ਲਈ ਗਵਰਨਮੈਂਟ ਵੱਲੋਂ ਇੱਕ ਮਿਨੀਮਮ ਰਿਜ਼ਰਵ ਰੇਸ਼ੋ ਰੱਖੀ ਜਾਂਦੀ ਹੈ. ਦਾ ਐਂਟਾਇਰ ਕਰੰਸੀ ਇਸ਼ੂਡ ਹੈਜ਼ ਦਾ ਬੈਕਿੰਗ ਆਫ ਮਿਨੀਮਮ ਗੋਲਡ ਰਿਜ਼ਰਵਸ. ਦੇਖੋ ਜੋ ਇੱਕ ਕਰੰਸੀ ਇਸ਼ੂ ਕੀਤੀ ਜਾਂਦੀ ਹੈ ਉਹਦੇ ਲਈ ਮਿਨੀਮਮ ਗੋਲਡ ਰਿਜ਼ਰਵ ਰੱਖੇ ਜਾਂਦੇ ਨੇ. ਗੋਲਡ ਰਿਜ਼ਰਵ ਰੱਖੇ ਜਾਂਦੇ. 2 points must be carefully understood in the context. First point ਕੀ ਆ? Gold reserves are just the minimum reserves, 115 rupees crore, and the value of foreign securities is 85 rupees crore. देखो गोल्ड के जो रिजर्व रखे जाएंगे वो कितने रखे जाएंगे? 115 रुपीज़ करोड़ के गोल्ड रिजर्व रखे जाएंगे एंड फॉरेन सिक्योरिटीज़ कितनी रखिया जाएंगी? 85 रुपीज़ करोड़ दी, 85 करोड़ रुपीज़ दी. दस द वैल्यू ऑफ टोटल रिजर्व्स आर 200 रुपीज़. 115 प्लस 85 कितना हो गया? 200 रुपीज़. ਤਾਂ ਕਰਕੇ ਟੋਟਲ ਰਿਜ਼ਰਵ ਕਿੰਨੇ ਦਾ ਹੋਊਗਾ? 200 ਕਰੋੜ ਰੁਪੀਜ਼ ਦਾ, ਜਿਹਦੇ ਵਿੱਚੋਂ 115 ਰੁਪੀਜ਼ ਦੇ ਕੀ ਹੋਣਗੇ? ਗੋਲਡ ਰਿਜ਼ਰਵ, ਐਂਡ 85 ਦੀਆਂ ਕੀ ਹੋਣਗੀਆਂ? ਫੋਰਨ ਸਿਕਿਉਰਿਟੀਜ਼. These reserves are not proportionate to the currency in circulation. ਇਹ ਜੋ ਰਿਜ਼ਰਵ ਰੱਖੇ ਜਾਣਗੇ ਉਹ ਜੋ ਸਰਕੂਲੇਸ਼ਨ ਦੇ ਵਿੱਚ ਕਰੰਸੀ ਚੱਲਦੀ ਪਈ ਹੈ, ਕਰੰਸੀ ਦਾ ਕੀ ਸਰਕੂਲੇਸ਼ਨ ਚੱਲਦਾ ਪਿਆ ਉਹਦੀ ਰੇਸ਼ੋ ਦੇ ਅਕੋਰਡਿੰਗ ਨਹੀਂ ਰੱਖੇ ਜਾਣਗੇ. ਇਹ ਰਿਜ਼ਰਵ ਫਿਕਸ ਹੈ. Money with the people is entirely a credit money. It cannot be converted into bullion, silver or gold by the issuing authority. Gold reserves are just a backing. These reserves are not meant to convert paper notes into gold. जो इंडिया ਦੇ ਵਿੱਚ ਪੀਪਲਸ ਦੇ ਆਮ ਪਬਲਿਕ ਦੇ ਕੋਲ ਜੋ ਮਨੀ ਹੈ ਉਹ ਕ੍ਰੈਡਿਟ ਮਨੀ ਹੈ. ਉਹਦਾ ਮੀਨਿੰਗ ਇਹ ਨਹੀਂ ਕਿ ਜੋ ਲੋਕਾਂ ਕੋਲ ਮਨੀ ਹੈ ਉਹਨੂੰ ਗੋਲਡ ਦੇ ਵਿੱਚ ਪਹਿਲਾਂ ਕਨਵਰਟ ਕੀਤਾ ਜਾਊਗਾ ਫਿਰ ਗੋਲਡ ਰਿਜ਼ਰਵ ਰੱਖੇ ਜਾਣਗੇ.
ਇਹਦਾ मीनिंग ये नहीं है जस्ट जो गोल्ड है ਉਹਦਾ रिजर्व रखा जाऊगा, पेपर नोट्स ਨੂੰ गोल्ड ਦੇ ਵਿੱਚ नहीं कन्वर्ट किया जाऊगा। ठीक है। मनी इन इंडिया इज क्रेडिट मनी, करेंसी इन इंडिया इज इनकन्वर्टिबल, द इशूइंग अथॉरिटी विल नॉट कन्वर्ट इट इनटू गोल्ड और सिल्वर। जो भारत दी मनी है वो किहड़ी है, क्रेडिट मनी है, तो क्रेडिट मनी नू कन्वर्ट नहीं किया, इनकन्वर्टेबल है, कोई भी अथॉरिटी इनू गोल्ड या सिल्वर दे विच कन्वर्ट नहीं करूगी। नैक्सट सप्लाई ऑफ मनी। सप्लाई ऑफ मनी दे विच द कंसैप्ट ऑफ मनी सप्लाई, सप्लाई ऑफ मनी इज अ स्टॉक कंसैप्ट। मनी सप्लाई या सप्लाई ऑफ मनी नू किहड़ा कंसैप्ट किया जाता है, स्टॉक कंसैप्ट। इट रेफर्स टू द स्टॉक ऑफ टोटल मनी of all types with the people of the country of a given point of time। ਇਹਦੇ ਵਿੱਚ ਕੀ ਹੈ ਕਿ ਜਿਹੜਾ ਸਪਲਾਈ ਆਫ ਮਨੀ ਹੈ ਉਹ ਕੀ ਹੈ ਕਿ ਟੋਟਲ ਮਨੀ ਮੀਨਸ ਜਿੰਨਾ ਵੀ ਪੈਸਾ ਹੈ ਸਾਰੀਆਂ ਕਿਸਮਾਂ ਦੇ ਵਿੱਚ ਇੱਕ ਦੇਸ਼ ਦੇ ਲੋਕਾਂ ਦੇ ਕੋਲ ਇੱਕ ਦਿੱਤੇ ਹੋਏ ਸਮੇਂ ਦੇ ਵਿੱਚ ਇੱਕ ਦੇਸ਼ ਦੇ ਲੋਕਾਂ ਦੇ ਕੋਲ ਕਿੰਨੀ ਕੁੱਲ ਮਨੀ ਹੈ, ਡੈਟ ਇਜ਼ ਸਪਲਾਈ ਆਫ ਮਨੀ। ਨੈਕਸਟ ਮੈਜ਼ਰਮੈਂਟ ਆਫ ਮਨੀ ਸਪਲਾਈ। ਮੈਜ਼ਰਮੈਂਟ ਆਫ ਮਨੀ ਸਪਲਾਈ ਆਪਾਂ ਕਿੱਦਾਂ ਕਰ ਸਕਦੇ, ਸਪਲਾਈ ਆਫ ਮਨੀ ਦੀ ਮੈਜ਼ਰਮੈਂਟ ਕਿੱਦਾਂ ਕਰਨੀ ਹੈ। ਇਨ ਇੰਡੀਆ देयर आर 4 alternative measures of money supply popularly known as M1, M2, M3 and M4। देखो इंडिया दे विच जिहड़े मनी दी सप्लाई दी मैजरमेंट करन दे किन्ने मैजर ने, 4 ने, M1, M2, M3 and M4। देखो जदों आपां M1 मैजरमेंट लैंदे हैं तो उहदे विच की आ जांदा है C प्लस DD प्लस OD, C प्लस DD प्लस OD। C मीनस करेंसी, DD डिमांड डिपॉजिट्स ऑफ पीपल विद कमर्शियल बैंक, लोकां दा कमर्शियल बैंक दे विच किन्नी मंग जमा है, दैट इज़ DD डिमांड डिपॉजिट्स। OD अदर डिपॉजिट्स इंक्लूड डिमांड डिपॉजिट्स विद RBI ऑफ पब्लिक फाइनेंशियल इंस्टीट्यूशंस। ठीक है कि अदर डिपॉजिट्स की आ जाता है कि RBI के कोल बाकी फाइनेंशियल जो इंस्टीट्यूशन ने उन्होंने कितना डिमांड डिपॉजिट करवाए हुए हैं। ठीक है, RBI के कोल। नैक्सट अदर डिमांड डिपॉजिट्स की नैक्सट दे विच आ जाता है डिमांड डिपॉजिट्स विद RBI ऑफ फॉरेन सेंट्रल बैंक्स एंड ऑफ फॉरेन गवर्नमेंट। इंडिया की RBI दे विच जो फॉरेन दे सेंट्रल बैंक ने जां फॉरेन दी गवर्नमेंट है उन्होंने द्वारा की डिपॉजिट करवाए गए हैं। डिमांड डिपॉजिट ऑफ इंटरनेशनल फाइनेंशियल सिस्टम्स लाइक IMF एंड वर्ल्ड बैंक द्वारा। IMF और जो वर्ल्ड बैंक ने एक इंस्टीट्यूशन है, इंटरनेशनल फाइनेंशियल इंस्टीट्यूशन ने इंटरनेशनल लैवल दियाँ, तो इन्हों द्वारा RBI दे विच की डिपॉजिट करवाया गया, ये भी अदर डिमांड डिपॉजिट्स दे विच आ जाता है। तीनों पार्ट किहदे ने, अदर डिपॉजिट्स। ठीक है, तो M1 की मैजरमेंट किद्दां होगी, C प्लस DD प्लस OD। सैकेंड M2, जे आप M2 मैजरमेंट लैंदे हैं तो M2 मैजरमेंट दे विच M1 तो आऊगा ही आऊगा। M1 मीनस C प्लस DD प्लस OD प्लस डिपॉजिट्स विद पोस्ट ऑफिस सेविंग बैंक अकाउंट। पोस्ट ऑफिस दे सेविंग बैंक अकाउंट दे विच किन्नी जमा है वो भी M2 मैजरमेंट दे विच लई जाऊगी। ठीक है, नैक्सट M3 दे विच की लिया जाऊगा, M1 लै ही होगी, M1 तो इंक्लूड है ही है। M1 दे विच C प्लस DD प्लस अदर डिपॉजिट्स प्लस नैट टाइम डिपॉजिट्स विद बैंक। नैट टाइम डिपॉजिट्स विद बैंक किहड़े होणगे, जिद्दां FD वगैरह होगी, फिक्स डिपॉजिट्स होगी। ठीक है, नैक्सट M4 इक्वल्स टू M3 की है, M1 प्लस नैट टाइम डिपॉजिट्स विद बैंक, इन्हां दोनों नूं M4 दे विच लिया जाऊगा, प्लस की लिया जाऊगा टोटल डिपॉजिट्स विद पोस्ट एक्सक्लूडिंग नैशनल सेविंग सर्टिफिकेट। नैशनल सेविंग सर्टिफिकेट नूं NSC नूं छड्ड के पोस्ट ऑफिस दे विच जो सेविंग डिपॉजिट्स ने उन्होंने भी M4 दे विच इंक्लूड किया जाऊगा। ठीक है।